ਜਿਹੜਾ ਟਰੈਕਟਰ ਮਾਰਚ ਹੈ ਪਰੇਡ ਕਰਨੀ ਸੀਗੀ ਪਾਰਲੀਮੈਂਟ ਤੱਕ ਉਹ ਤਾਂ ਪੋਸਟਪੋਨ ਕਰ ਦਿੱਤੀ ਗਈ ਹੈ। ਪਰ ਕਿਸਾਨ ਜਥੇਬੰਦੀਆਂ ਲਗਾਤਾਰ ਜਿਹੜੀਆਂ ਨੇ ਇਸ ਗੱਲ ਤੇ ਫੋਕਸ ਦੇ ਰਹੀਆਂ ਨੇ ਕਿ ਐਮਐਸਪੀ ਨੂੰ ਯਕੀਨੀ ਬਣਾਇਆ ਜਾਵੇ। ਜਦ ਤੱਕ ਐਮਐਸਪੀ ਯਕੀਨੀ ਨਹੀਂ ਬਣਦੀ ਸਿੰਘੂ ਬਾਰਡਰ ਖਾਲੀ ਨਹੀਂ ਕੀਤਾ ਜਾਏਗਾ। ਬਾਕੀ ਬਾਰਡਰ ਤੇ ਕਿਸਾਨ ਡਟੇ ਰਹਿਣਗੇ। ਉਹਨੂੰ ਕਿਵੇਂ ਦੇਖਦੇ? ਜਦੋਂ ਖੇਤੀ ਕਾਨੂੰਨ ਜਿਸ ਦਿਨ ਰੱਦ ਹੋ ਜਾਣੇ ਨੇ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੇ ਰਾਸ਼ਟਰਪਤੀ ਦੀ ਮੋਹਰ ਲੱਗ ਜਾਣੀ ਹੈ ਤਾਂ ਉਦੋਂ ਜੇਕਰ ਟਰੈਕਟਰ ਮਾਰਚ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਨੇ ਸਵਾਦ ਵੀ ਜਿਹੜਾ ਉਹਦਾ ਕੌੜਾ ਕਰ ਦੇਣਾ ਸੀ। ਇੱਕ ਸਮਝਦਾਰੀ ਵਾਲਾ ਫੈਸਲਾ ਲੱਗਦਾ ਹੈ ਇਸ ਨੂੰ ਰੱਦ ਨਹੀਂ ਕੀਤਾ ਗਿਆ, ਮੁਲਤਵੀ ਕੀਤਾ ਗਿਆ ਹੈ ਤਾਂ ਇਹ ਵੀ ਜਿਹੜਾ ਆਪਣੇ ਆਪ 'ਚ ਸਮਝਦਾਰੀ ਹੈ ਕਿ ਕੋਈ ਸਟੈਪ ਬੈਕ ਨਹੀਂ ਹੋਇਆ ਜਾ ਰਿਹਾ ਹੈਗਾ। ਜਸਟ ਹੁਣ ਸਰਕਾਰ ਦੇ ਪਾਲੇ 'ਚ ਗੇਂਦ ਹੈ। ਜਿਹੜਾ ਖੇਤੀ ਕਾਨੂੰਨਾਂ ਦੀ ਵਾਪਸੀ ਸੀਗੀ ਉਹ ਇੱਕ ਫੇਜ਼ ਸੀਗਾ, ਉਹ ਆਇਆ ਤੇ ਹੁਣ ਲਗਭਗ ਉਹ ਖਤਮ ਹੋਣ ਜਾ ਰਿਹਾ ਹੈ। ਹੁਣ ਦੁਬਾਰਾ ਫਿਰ ਆਪਣੀਆਂ ਜੋ ਅਸਲ ਬੁਨਿਆਦੀ ਸਮੱਸਿਆਵਾਂ ਨੇ ਕਿਸਾਨੀ ਦੀਆਂ ਉਹਨਾਂ ਤੇ ਫੋਕਸ ਕਰਨ ਦੀ ਲੋੜ ਹੈ। ਜਿਹੜੇ 700 ਦੇ ਕਰੀਬ ਕਿਸਾਨ ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਕਿ ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਪ੍ਰਣਾਮ ਕੀਤਾ ਜਾਏਗਾ? ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਬਜ਼ੁਰਗ ਉੱਥੇ ਸ਼ਹੀਦ ਹੋ ਗਏ ਉਹਨਾਂ ਦਾ ਕਿਵੇਂ ਮੁੱਲ ਮੋੜਿਆ ਜਾਏਗਾ? ਭਾਵੇਂ ਉਹ ਕਹਿ ਰਹੇ ਨੇ ਕਿ ਕਿਸਾਨਾਂ ਨੇ ਅਪਰਾਧ ਕੀਤਾ ਹੈ, ਇਹਨਾਂ ਨੇ ਧਾਰਾ 144 ਤੋੜੀ ਹੈ, ਇਹਨਾਂ ਨੇ ਪੁਲਿਸ ਨਾਲ ਹੱਥੋਂ ਪਾਈ ਕੀਤੀ ਹੈ, ਇਹਨਾਂ ਨੇ ਸੜਕਾਂ ਦੇ ਉੱਤੇ ਬਲੌਕੇਜ ਕੀਤੀ ਹੈ। ਜਿਹੜੇ ਕਾਨੂੰਨਾਂ ਦੇ ਕਾਰਨ ਉਹ ਅਪਰਾਧ ਤੁਸੀਂ ਕਹਿ ਰਹੇ ਹੋ ਕਿ ਵਾਪਰਿਆ ਹੈ, ਉਹ ਘਟਨਾ ਵਾਪਰੀ ਹੈ ਜਿਸ ਕਰਕੇ ਪਰਚਾ ਦਿੱਤਾ ਹੈ ਤੁਸੀਂ, ਤਾਂ ਜਦੋਂ ਉਹ ਕਾਨੂੰਨ ਹੀ ਤੁਸੀਂ ਵਾਪਸ ਲੈ ਲਏ ਤਾਂ ਉਹ ਵੀ ਖਤਮ ਨੇ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਕਿਸਾਨੀ ਅੰਦੋਲਨ ਨੂੰ ਸ਼ੁਰੂ ਹੋਏ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਇੱਕ ਦੂਜੇ ਪਾਸੇ ਕੇਂਦਰ ਵੱਲੋਂ ਖੇਤੀ ਜਿਹੜੇ ਬਿੱਲ ਨੇ ਉਹਨਾਂ ਨੂੰ ਮਾਫ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੁੰਦੀ ਹੈ ਜਿਸ ਤੋਂ ਬਾਅਦ ਉਹ ਐਲਾਨ ਕਰਦੇ ਨੇ ਕਿ 29 ਨਵੰਬਰ ਨੂੰ ਜਿਹੜਾ ਪਾਰਲੀਮੈਂਟ ਮਾਰਚ ਕੀਤਾ ਜਾਣਾ ਸੀ ਉਹ ਪੋਸਟਪੋਨ ਕਰ ਦਿੱਤਾ ਗਿਆ ਹੈ। ਇਸ ਬਾਰੇ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਸਾਡੇ ਪੋਲੀਟੀਕਲ ਐਡੀਟਰ ਨੀਲ ਭਲਿੰਦਰ ਜੀ ਮੌਜੂਦ ਨੇ। ਨੀਲ ਜੀ, ਕਿਵੇਂ ਦੇਖਦੇ ਹੋ ਜਿਹੜਾ ਪਾਰਲੀਮੈਂਟ ਮਾਰਚ 29 ਨਵੰਬਰ ਨੂੰ ਕੀਤਾ ਜਾਣਾ ਸੀਗਾ ਜਿਹੜਾ ਉਹ ਪੋਸਟਪੋਨ ਕਰ ਦਿੱਤਾ ਗਿਆ? ਜੀ ਦੇਖੋ, ਕਿਸਾਨ ਮੋਰਚੇ ਨੇ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਸਾਂਝੇ ਤੌਰ 'ਤੇ ਜਿਹੜੀ ਬੈਠਕ ਕੀਤੀ ਹੈ ਉਸ 'ਚ ਮਹੱਤਵਪੂਰਨ ਫੈਸਲਾ ਲਿਆ ਹੈ ਜੀ, ਜਿਸ ਦਾ ਉਹਨੇ ਇੱਕ ਵੱਡਾ ਕਾਰਨ ਇਹ ਦੱਸਿਆ ਹੈ ਕਿ ਜਦੋਂ ਇਹ ਮਾਰਚ ਐਲਾਨਿਆ ਗਿਆ ਸੀ ਉਦੋਂ ਵਿਵਾਦਤ ਖੇਤੀ ਕਾਨੂੰਨ ਜਿਹੜੇ ਨੇ ਉਹ ਸਨ ਜੀ, ਤੇ ਪਰ ਜਦੋਂ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਗੁਰਪੁਰਬ ਮੌਕੇ ਜਿਹੜਾ ਹੈਗਾ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਜੀ, ਤੇ ਉਸ ਤੋਂ ਬਾਅਦ ਵਜ਼ਾਰਤ ਦੀ ਬੈਠਕ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਵਾਪਸ ਲੈਣ ਦਾ ਮਤਾ ਵੀ ਪਾਸ ਹੋ ਚੁੱਕਾ ਹੈ ਜੀ, ਤੇ ਜਿਹੜਾ ਸੋਮਵਾਰ ਤੋਂ ਸੈਸ਼ਨ ਸ਼ੁਰੂ ਹੋਣਾ ਸਰਦ ਰੁੱਤ ਦਾ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪਹਿਲੇ ਦਿਨ ਹੀ ਜਿਹੜਾ ਹੈਗਾ ਇਸ ਤੇ ਕਾਰਵਾਈ ਪੈ ਜਾਏਗੀ ਤੇ ਖੇਤੀ ਕਾਨੂੰਨ ਜਿਹੜੇ ਨੇ ਉਹ ਬੀਤੇ ਦਾ ਜਿਹੜਾ ਹੈਗਾ ਵਿਸ਼ਾ ਬਣ ਜਾਣਗੇ, ਯਾਨੀ ਕਿ ਉਹ ਖਤਮ ਹੋ ਜਾਣਗੇ, ਰੱਦ ਹੋ ਜਾਣਗੇ ਜੀ। ਤਾਂ ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਸੰਯੁਕਤ ਕਿਸਾਨ ਮੋਰਚੇ ਨੇ ਇਹ ਫੈਸਲਾ ਲਿਆ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸੀ, ਉਹਨਾਂ ਦੀ ਵਾਪਸੀ ਦੇ ਮੁੱਦੇ ਦੇ ਉੱਤੇ ਜੋ ਮਾਰਚ ਐਲਾਨਿਆ ਗਿਆ ਸੀ ਉਹਦੀ ਹਾਲ ਦੀ ਘੜੀ ਲੋੜ ਨਹੀਂ ਹੈ ਤੇ 4 ਦਸੰਬਰ ਨੂੰ ਦੁਬਾਰਾ ਸੰਯੁਕਤ ਕਿਸਾਨ ਮੋਰਚਾ ਬੈਠਕ ਕਰੇਗਾ, ਕਿਉਂਕਿ ਉਦੋਂ ਤੱਕ ਘੱਟੋ ਘੱਟ 5-6 ਦਿਨ ਜਿਹੜਾ ਹੈਗਾ ਸੰਸਦ ਦੇ ਜਿਹੜਾ ਸੈਸ਼ਨ ਨੂੰ ਇਜਲਾਸ ਨੂੰ ਹੋ ਜਾਣਗੇ ਤੇ ਇਸ ਦੌਰਾਨ ਜਿਹੜਾ ਦੂਜਾ ਵਾਅਦਾ ਕੀਤਾ ਗਿਆ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਕੀਤਾ ਗਿਆ ਤੇ ਕੈਬਨਿਟ ਵੱਲੋਂ ਕੀਤਾ ਗਿਆ ਕਿ ਐਮਐਸਪੀ ਦੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਜਿਹੜੀ ਇੱਕ ਕਮੇਟੀ ਬਣਾਈ ਜਾਣੀ ਹੈ, ਸੰਸਦੀ ਕਮੇਟੀ ਬਣਾਈ ਜਾਣੀ ਹੈ, ਤਾਂ ਉਸ ਦਾ ਵੀ ਗਠਨ ਜਿਹੜਾ ਹੈਗਾ ਉਹ ਕਰ ਦਿੱਤਾ ਜਾਏਗਾ। ਤਾਂ ਇਸ ਬਾਰੇ ਜਿਹੜਾ ਹੈਗਾ ਕੇਂਦਰ ਸਰਕਾਰ ਦਾ ਜਿਹੜਾ ਰਵੱਈਆ ਹੈ, ਰੁਖ ਹੈ, ਉਹ ਸਪਸ਼ਟ ਹੋ ਜਾਏਗਾ ਉਦੋਂ ਤੱਕ। ਤੇ ਦੂਜੀ ਮਹੱਤਵਪੂਰਨ ਗੱਲ ਜਿਹੜੀ ਇਹ ਹੈ ਕਿ ਜਿਹੜਾ ਟਰੈਕਟਰ ਮਾਰਚ ਹੈ ਇਹ ਕਿਸਾਨ ਮੋਰਚੇ ਦਾ ਦੂਜਾ ਐਲਾਨਿਆ ਹੋਇਆ ਟਰੈਕਟਰ ਮਾਰਚ ਹੈ ਜੀ। ਹਾਲਾਂਕਿ ਜਦੋਂ 26 ਨਵੰਬਰ 2020 ਨੂੰ ਜਦੋਂ ਪੰਜਾਬ ਤੋਂ ਦਿੱਲੀ ਵੱਲ ਕੂਚ ਕੀਤਾ ਗਿਆ ਸੀ ਤਾਂ ਉਹ ਵੀ ਇੱਕ ਟਰੈਕਟਰ ਮਾਰਚ ਹੀ ਸੀਗਾ ਬੇਸਿਕਲੀ, ਜਿਸ ਤਰੀਕੇ ਨਾਲ ਰੋਕਾਂ ਤੋੜ ਕੇ ਰੋਕਾਂ ਨੂੰ ਜਿਹੜਾ ਹੈਗਾ ਹਟਾ ਕੇ ਦਿੱਲੀ ਤੱਕ ਪਹੁੰਚੇ ਸੀ ਕਿਸਾਨ ਪੰਜਾਬ ਤੋਂ, ਤੇ ਹਰਿਆਣੇ ਦੇ ਵਿੱਚ ਉਹਨਾਂ ਨੂੰ ਸਾਥ ਮਿਲਿਆ ਸੀ। ਪਰ ਇੱਕ ਅੰਦੋਲਨ ਤੋਂ ਬਾਅਦ ਐਲਾਨਿਆ ਹੋਇਆ 26 ਜਨਵਰੀ ਵਾਲਾ ਟਰੈਕਟਰ ਮਾਰਚ ਵਿਵਾਦਤ ਟਰੈਕਟਰ ਮਾਰਚ ਸੀ, ਜਿਸ 'ਚ ਮੌਤ ਵੀ ਹੋਈ ਇੱਕ ਨੌਜਵਾਨ ਦੀ, ਬਹੁਤ ਸਾਰੇ ਲੋਕ ਫੱਟੜ ਹੋਏ, ਬਹੁਤ ਸਾਰੇ ਲੋਕ ਹਿਰਾਸਤ 'ਚ ਲਏ ਗਏ ਤੇ ਲਾਲ ਕਿਲੇ ਵਾਲੀ ਘਟਨਾ ਵਾਪਰੀ ਜੀ। ਉਸ ਤੋਂ ਬਾਅਦ ਇਹ ਦੂਜਾ ਟਰੈਕਟਰ ਮਾਰਚ ਆਪਾਂ ਕਹਿ ਸਕਦੇ ਹਾਂ, ਖਾਸ ਕਰ ਉਦੋਂ ਜਦੋਂ ਸਰਦ ਰੁੱਤ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਤਾਂ ਇਹ ਮੈਨੂੰ ਇੱਕ ਬੜਾ ਸਮਝਦਾਰੀ ਵਾਲਾ ਫੈਸਲਾ ਮਹਿਸੂਸ ਹੁੰਦਾ ਹੈ। ਇਹ ਲੱਗਦਾ ਹੈ ਕਿ ਜਦੋਂ ਖੇਤੀ ਕਾਨੂੰਨ ਜਿਸ ਦਿਨ ਰੱਦ ਹੋ ਜਾਣੇ ਨੇ ਜੀ ਕਾਨੂੰਨੀ ਤੌਰ ਦੇ ਉੱਤੇ ਸੰਵਿਧਾਨਕ ਤੌਰ ਦੇ ਉੱਤੇ ਲੋਕ ਸਭਾ ਦੇ ਵਿੱਚ ਰਾਜ ਸਭਾ ਦੇ ਵਿੱਚ ਤੇ ਰਾਸ਼ਟਰਪਤੀ ਦੀ ਮੋਹਰ ਲੱਗ ਜਾਣੀ ਹੈ, ਤਾਂ ਉਦੋਂ ਜੇਕਰ ਟਰੈਕਟਰ ਮਾਰਚ ਵਿੱਚ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਜੀ ਤਾਂ ਉਸ ਨੇ ਸਵਾਦ ਵੀ ਜਿਹੜਾ ਉਹਦਾ ਕੌੜਾ ਕਰ ਦੇਣਾ ਸੀ ਤੇ ਉਸ ਨੇ ਕਿਸੇ ਹੋਰ ਪਾਸੇ ਜਿਹੜਾ ਹੈਗਾ ਇਸ
ਸੰਘਰਸ਼ ਨੂੰ ਮੋੜਾ ਦੇ ਦੇਣਾ ਸੀ। ਇਹ ਮੈਨੂੰ ਬੜੇ ਇੱਕ ਸਮਝਦਾਰੀ ਵਾਲਾ ਫੈਸਲਾ ਲੱਗਦਾ ਹੈ। ਇਸ ਨੂੰ ਰੱਦ ਨਹੀਂ ਕੀਤਾ ਗਿਆ, ਮੁਲਤਵੀ ਕੀਤਾ ਗਿਆ ਹੈ। ਤਾਂ ਇਹ ਵੀ ਜਿਹੜਾ ਆਪਣੇ ਆਪ 'ਚ ਸਮਝਦਾਰੀ ਹੈ ਕਿ ਕੋਈ ਸਟੈਪ ਬੈਕ ਨਹੀਂ ਹੋਇਆ ਜਾ ਰਿਹਾ ਹੈਗਾ। ਜਸਟ ਹੁਣ ਸਰਕਾਰ ਦੇ ਪਾਲੇ 'ਚ ਗੇਂਦ ਹੈ ਤੇ ਸਰਕਾਰ ਨੂੰ ਜਿਹੜਾ ਹੈਗਾ ਹੁਣ ਆਪਣੇ ਤੌਰ ਦੇ ਉੱਤੇ ਖੇਡਣ ਦਿਓ। ਸਰਕਾਰ ਜੋ ਵਾਅਦੇ ਕਰਕੇ ਜਿਹੜਾ ਹੈਗਾ ਬੈਠੀ ਹੋਈ ਹੈ ਕਿ ਉਹਨਾਂ ਨੇ ਇਹ ਖੇਤੀ ਕਾਨੂੰਨ ਜਿਹੜੇ ਰੱਦ ਕਰ ਦੇਣੇ ਨੇ, ਰਿਪੀਲ ਕਰ ਦੇਣੇ ਨੇ ਤੇ MSP ਦੇ ਉੱਤੇ ਕਮੇਟੀ ਬਣਾ ਦੇਣੀ ਹੈ ਤੇ ਜਿਹੜੇ ਦੂਜੇ ਮੁੱਦੇ ਨੇ ਪਰਾਲੀ ਦਾ ਤੇ ਬਿਜਲੀ ਦਾ, ਉਹਦੇ ਉੱਤੇ ਵੀ ਸਰਕਾਰ ਗੌਰ ਕਰਨ ਨੂੰ ਤਿਆਰ ਹੈ। ਤੇ ਤੀਜਾ ਸਭ ਤੋਂ ਵੱਡਾ ਇਸ਼ੂ ਜਿਹੜਾ ਹੁਣ ਸੰਘਰਸ਼ ਜਿਸ ਮੁੱਦੇ ਤੇ ਅੱਗੇ ਚੱਲਣਾ ਚਾਹੀਦਾ ਹੈ, ਗੁਰਨਾਮ ਸਿੰਘ ਚੜੂਨੀ ਨੇ ਵੀ ਸਕਾਈ ਨਿਊਜ਼ ਨਾਲ ਗੱਲ ਕਰਦਿਆਂ ਉਚੇਚੇ ਤੌਰ ਤੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ BJP ਦੀ ਸਰਕਾਰ ਨੇ 48,000 ਕਿਸਾਨਾਂ ਵਿਰੁੱਧ ਮੁਕੱਦਮੇ ਦਰਜ ਕੀਤੇ ਨੇ, ਜਿਸ 'ਚ ਹਰਿਆਣਾ ਦੇ ਬਹੁਤ ਸਾਰੇ ਕਿਸਾਨ ਨੇ, ਪੰਜਾਬ ਤੋਂ ਉੱਥੇ ਗਏ ਹੋਏ ਕਿਸਾਨ ਨੇ, UP ਤੋਂ ਉੱਥੇ ਆਏ ਹੋਏ ਕਿਸਾਨ ਨੇ, ਦੂਜੇ ਰਾਜਾਂ ਤੋਂ ਉੱਥੇ ਆਏ ਹੋਏ ਕਿਸਾਨ ਨੇ। ਤਾਂ ਇੰਨੀ ਵੱਡੀ ਗਿਣਤੀ 'ਚ ਮੁਕੱਦਮਿਆਂ ਦੀ ਵਾਪਸੀ, ਉਹਨਾਂ ਨੂੰ ਤੋੜਨਾ, ਇਹ ਆਪਣੇ ਆਪ 'ਚ ਇੱਕ ਸੰਘਰਸ਼ ਦੇ ਦੂਜੇ ਅਧਿਆਏ ਵੱਲ ਮੋੜਾ ਦੇਣ ਵਾਲਾ ਹੈ, ਜਿਸ ਨੂੰ ਫੋਕਸ ਕਰਨਾ ਚਾਹੀਦਾ ਹੈ। ਟਰੈਕਟਰ ਮਾਰਚ ਨਾਲੋਂ ਇਹ ਚੀਜ਼ਾਂ ਹੁਣ ਜ਼ਿਆਦਾ ਜ਼ਰੂਰੀ ਹੋ ਗਈਆਂ ਨੇ। ਜੀ ਤਾਂ ਤੁਸੀਂ ਦੱਸਿਆ ਜਿਵੇਂ ਜਿਹੜਾ ਟਰੈਕਟਰ ਮਾਰਚ ਹੈ, ਪਰੇਡ ਕਰਨੀ ਸੀਗੀ ਪਾਰਲੀਮੈਂਟ ਤੱਕ, ਉਹ ਤਾਂ ਪੋਸਟਪੋਨ ਕਰ ਦਿੱਤੀ ਗਈ ਹੈ। ਪਰ ਕਿਸਾਨ ਜਥੇਬੰਦੀਆਂ ਲਗਾਤਾਰ ਜਿਹੜੀਆਂ ਨੇ ਇਸ ਗੱਲ ਤੇ ਫੋਕਸ ਦੇ ਰਹੀਆਂ ਨੇ ਕਿ MSP ਨੂੰ ਯਕੀਨੀ ਬਣਾਇਆ ਜਾਵੇ। ਜਦ ਤੱਕ MSP ਯਕੀਨੀ ਨਹੀਂ ਬਣਦੀ, ਸਿੰਘੂ ਬਾਰਡਰ ਖਾਲੀ ਨਹੀਂ ਕੀਤਾ ਜਾਏਗਾ। ਬਾਕੀ ਬਾਰਡਰ ਤੇ ਕਿਸਾਨ ਡਟੇ ਰਹਿਣਗੇ। ਉਹਨੂੰ ਕਿਵੇਂ ਦੇਖਦੇ ਹੋ? ਦੇਖੋ ਕੋਮਲ, ਜਿਹੜਾ ਕਿਸਾਨ ਅੰਦੋਲਨ ਹੈ, ਵਿਵਾਦਤ ਖੇਤੀ ਕਾਨੂੰਨ ਆਂਦੇ ਨੇ, ਪਿਛਲੇ ਸਾਲ ਕਰੋਨਾ ਕਾਲ ਦੇ ਦੌਰਾਨ ਪਹਿਲਾਂ ਆਰਡੀਨੈਂਸ ਆਂਦੇ ਨੇ, ਆਰਡੀਨੈਂਸ ਤੋਂ ਬਾਅਦ ਇਹ ਸਤੰਬਰ ਮਹੀਨੇ ਦੇ ਵਿੱਚ ਬਿੱਲਾਂ ਦੇ ਰੂਪ ਵਿੱਚ ਜਿਹੜਾ ਹੈਗਾ ਇਹ ਵਜ਼ਾਰਤ ਵਿੱਚ ਪਾਸ ਹੁੰਦੇ ਨੇ, ਫਿਰ ਮੁੜ ਕੇ ਇਹ ਲੋਕ ਸਭਾ, ਰਾਜ ਸਭਾ ਤੇ ਰਾਸ਼ਟਰਪਤੀ ਦੀ ਮੋਹਰ ਨਾਲ ਹੋਂਦ ਵਿੱਚ ਆ ਜਾਂਦੇ ਨੇ। ਇਹ ਇੱਕ ਤਰ੍ਹਾਂ ਦਾ ਤੂਫਾਨ ਸੀ। ਇਹ ਕਰੋਨਾ ਮਹਾਮਾਰੀ ਦੀ ਤਰ੍ਹਾਂ ਇੱਕ ਮਹਾਮਾਰੀ ਕਹਿ ਲਓ ਆਪਾਂ ਕਿ ਕਿਸਾਨਾਂ ਦੇ ਗਲ ਪੈ ਗਈ। ਕਿਸਾਨਾਂ ਦੀ ਸਮੱਸਿਆਵਾਂ ਤਾਂ ਜਿਉਂ ਦੀ ਤਿਉਂ ਖੜੀਆਂ ਨੇ, ਜਿਹੜੀਆਂ 60, 70, 80 ਜਾਂ 100 ਸਾਲਾਂ ਤੋਂ ਨੇ, ਜਿਹਦੇ 'ਚ MSP ਵੀ ਵੱਡੇ ਤੌਰ ਤੇ ਸ਼ਾਮਲ ਹੈ, ਪਰਾਲੀ ਦਾ ਮੁੱਦਾ ਵੀ ਸ਼ਾਮਲ ਹੈ। ਘੱਟੋ ਘੱਟ ਜਿਹੜਾ ਸਮਰਥਨ ਮੁੱਲ ਦੇ ਨਾਲ ਫਸਲਾਂ ਦੀ ਜਿਹੜੀ ਹੈਗੀ ਹੈ ਸ਼ਡਿਊਲ, ਫਸਲਾਂ ਦੀ ਸੂਚੀ ਵਧਾਣੀ, ਇਸ 'ਚ ਡਾਕਟਰ ਸਵਾਮੀਨਾਥਨ ਕਮੇਟੀ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕਰਨਾ ਤੇ ਉਹਨਾਂ ਦੀ ਕੈਟਾਗਰੀਜ਼ ਨੂੰ ਲਾਗੂ ਕਰਨਾ ਕਿ ਜੇਕਰ ਇੱਕ ਕਿਸਾਨ ਨੇ ਅਗਰ ਪੈਦਾਵਾਰ ਕੀਤੀ ਹੈ ਇੱਕ ਫਸਲ ਦੀ, ਤਾਂ ਉਹ ਸਿਰਫ ਉਸ ਜੋ ਜ਼ਮੀਨ ਦਾ ਕਿਰਾਇਆ, ਉਸ ਫਸਲ ਦੇ ਬੀਜ ਦੀ ਕੀਮਤ, ਖਾਦ ਦੀ ਕੀਮਤ, ਉਹਨੂੰ ਲਾਏ ਪਾਣੀ ਦੀ ਕੀਮਤ ਤੇ ਕਿਸਾਨ ਦੀ ਮਿਹਨਤ ਜਾਂ ਉਸ ਲਾਏ ਮਜ਼ਦੂਰਾਂ ਦੀ ਕੀਮਤ ਦੇ ਨਾਲ ਉਸ ਪਰਿਵਾਰ ਦੀ ਕੰਟਰੀਬਿਊਸ਼ਨ, ਇਹਨਾਂ ਨੂੰ ਵੀ ਸਮੁੱਚੇ ਤੌਰ ਤੇ ਜਿਹੜਾ ਮੁਲਾਂਕਣ ਕਰਕੇ ਨਿਸ਼ਚਿਤ ਕੀਤੀ ਜਾਵੇ ਘੱਟੋ ਘੱਟ ਸਮਰਥਨ ਮੁੱਲ। ਜਾਂ ਇੱਕ ਚੀਜ਼ ਦੀ ਉੱਤੇ ਲਾਗਤ ਹੈ, ਅਗਰ 1 ਕਿੱਲੇ ਦੇ ਵਿੱਚ ਇੱਕ ਕਣਕ ਦੀ ਪੈਦਾਵਾਰ ਕਰਦਾ ਕਿਸਾਨ, ਤਾਂ ਉਸ ਪੈਦਾਵਾਰ ਦੇ ਵਿੱਚ ਉਸ ਪਰਿਵਾਰ ਦੀ ਜ਼ਮੀਨ ਹੈ, ਉਸ ਪਰਿਵਾਰ ਦਾ ਸਾਰਾ ਜਿਹੜਾ ਅਮਲਾ ਹੈ, ਉਹ ਕਿਸੇ ਤਰ੍ਹਾਂ ਨਾਲ ਉਸ ਦੇ ਉੱਤੇ ਨਿਰਭਰ ਵੀ ਹੈ ਤੇ ਉਸ ਦੇ ਵਿੱਚੋਂ ਕੰਟਰੀਬਿਊਟ ਵੀ ਕਰਦਾ ਫਸਲ ਨੂੰ ਉਗਾਉਣ 'ਚ। ਸੋ ਇਹ ਇੰਨੀਆਂ ਪੇਚੀਦਗੀਆਂ ਜਿਹੜੀਆਂ ਨੇ ਇਸ 'ਚ ਨੇ MSP ਦੇ ਮੁੱਦੇ ਦੇ ਉੱਤੇ। ਇਹ ਜਿਹੜੀ ਗੱਲ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਹ ਜਿਹੜੀ ਸਮੱਸਿਆਵਾਂ ਸੀਗੀਆਂ ਇਹ ਜਿਉਂ ਦੀ ਤਿਉਂ ਖੜੀਆਂ ਸੀਗੀਆਂ। ਅਚਾਨਕ ਕਿਸਾਨਾਂ ਦੇ ਗਲ ਵਿਵਾਦਤ ਖੇਤੀ ਕਾਨੂੰਨ ਪੈ ਜਾਂਦੇ ਨੇ ਤੇ ਕਿਸਾਨਾਂ ਦੀਆਂ ਇਹ ਸਮੱਸਿਆਵਾਂ ਥੱਲੇ ਰਹਿ ਜਾਂਦੀਆਂ ਨੇ। ਜਿਹੜੇ ਵਿਵਾਦਤ ਖੇਤੀ ਕਾਨੂੰਨ ਨੇ, ਜਿਹਨੇ ਪੂਰੀ ਕਿਸਾਨੀ ਹੈ, ਛੋਟੀ ਕਿਸਾਨੀ ਤਹਿਸ ਨਹਿਸ ਕਰ ਦੇਣੀ ਸੀ, ਕਾਰਪੋਰੇਟ ਦਾ ਸਿੱਧਾ ਦਖਲ ਜਿਹੜਾ ਕਿਸਾਨੀ ਕਿੱਤੇ ਦੇ ਵਿੱਚ ਕਰ ਦੇਣਾ ਸੀ, ਜਿਹੜੀ ਖੇਤੀ ਸੱਭਿਆਚਾਰ ਹੈ ਉਸ ਨੂੰ ਜਿਹੜਾ ਤਹਿਸ ਨਹਿਸ ਕਰ ਦੇਣਾ ਸੀ, ਉਹ ਚੁਣੌਤੀ ਏਡੀ ਵੱਡੀ ਬਣ ਗਈ ਸੀ ਕਿ ਬਾਕੀ ਸਮੱਸਿਆਵਾਂ ਨੂੰ ਥੱਲੇ ਕਰਨਾ ਪੈ ਗਿਆ। ਉਹ ਸਮੱਸਿਆਵਾਂ ਹੁਣ ਜਿਉਂ ਦੀਆਂ ਤਿਉਂ ਨੇ। ਹੁਣ ਇਹ ਕਿਸਾਨ ਅੰਦੋਲਨ ਨੇ, ਸੰਯੁਕਤ ਕਿਸਾਨ ਮੋਰਚੇ ਨੇ ਜਾਂ ਸੰਘਰਸ਼ੀਲ ਕਿਸਾਨਾਂ ਨੇ ਹੁਣ ਇਹ ਨਿਰਣਾ ਕਰਨਾ ਹੈ ਕਿ ਇਹ ਹੁਣ ਇਹਨਾਂ ਮੁੱਦਿਆਂ ਨੂੰ ਜਿਹੜੇ ਲਗਾਤਾਰ ਬਣੇ ਹੋਏ ਸੀ ਲੰਮੇ ਸਮੇਂ ਤੋਂ, ਉਹਨਾਂ ਨੂੰ ਕਿਵੇਂ ਹੱਲ ਕਰਾਉਣਾ ਹੈ। ਸੋ ਇਹ ਉਹਨਾਂ ਨੇ ਫੈਸਲਾ ਕਰਨਾ ਹੈ। ਸੋ ਜਿਹੜਾ ਖੇਤੀ ਕਾਨੂੰਨਾਂ ਦੀ ਵਾਪਸੀ ਸੀਗੀ, ਉਹ ਇੱਕ ਫੇਜ਼ ਸੀਗਾ, ਉਹ ਆਇਆ ਤੇ ਹੁਣ ਲਗਭਗ ਉਹ ਖਤਮ ਹੋਣ ਜਾ ਰਿਹਾ ਹੈ। ਹੁਣ ਦੁਬਾਰਾ ਫਿਰ ਆਪਣੀਆਂ ਜੋ ਅਸਲ ਬੁਨਿਆਦੀ ਸਮੱਸਿਆਵਾਂ ਨੇ ਕਿਸਾਨੀ ਦੀਆਂ, ਉਹਨਾਂ ਤੇ ਫੋਕਸ ਕਰਨ ਦੀ ਲੋੜ ਹੈ ਤੇ ਉਹਨਾਂ ਦੇ ਅਕੋਰਡਿੰਗ ਇਹ ਬੜਾ ਇੰਪੋਰਟੈਂਟ ਹੈ ਕਿ ਜਿੱਦਾਂ ਕਿਸਾਨੀ, ਮੈਂ ਕਿਹਾ ਕਿ ਇਹ ਮਹਾਮਾਰੀ ਦੀ ਤਰ੍ਹਾਂ ਆਈ ਸੀ, ਜਿਹੜੇ ਕਿਸਾਨ ਕਾਨੂੰਨ ਆਏ ਸੀ, ਜਿਹੜੇ ਵਿਵਾਦਤ ਕਾਨੂੰਨ ਆਏ ਸੀ, ਤਾਂ ਇਹਨਾਂ ਨੂੰ ਮਹਾਮਾਰੀ ਨੂੰ ਜਿਸ ਤਰ੍ਹਾਂ ਕਰੋਨਾ ਮਹਾਮਾਰੀ ਦੀ ਤਰ੍ਹਾਂ ਆਇਆ ਮਨੁੱਖਤਾ ਦੇ ਉੱਤੇ, ਤੇ ਉਸ ਨੂੰ ਉਸੇ ਹੱਲੇ ਨਾਲ ਜਿਹੜਾ ਹੈਗਾ ਉਹਦਾ ਸਾਹਮਣਾ ਕਰਨਾ ਪਿਆ ਡਟ ਕੇ। ਇਸੇ ਤਰ੍ਹਾਂ ਉਸੇ ਇੰਟੈਂਸਿਟੀ ਨਾਲ ਕਿਸਾਨਾਂ ਨੇ, ਕਿਸਾਨ ਆਗੂਆਂ ਨੇ ਜਿਹੜਾ ਵਿਵਾਦਤ ਖੇਤੀ ਕਾਨੂੰਨਾਂ ਦਾ ਉਸੇ ਇੰਟੈਂਸਿਟੀ ਨਾਲ ਵਿਰੋਧ ਕੀਤਾ ਹੈ। ਪਰ ਜਿਹੜੇ ਦੂਜੇ ਮਸਲੇ ਨੇ ਉਹਨਾਂ ਦੀ ਇੰਟੈਂਸਿਟੀ, ਉਹਨਾਂ ਦੀ ਮਹੱਤਤਾ ਤੇ ਉਹਨਾਂ ਦੀ ਤੀਬਰਤਾ ਦੇਖਦੇ ਹੋਏ ਉਹਦੇ ਅਕੋਰਡਿੰਗ ਜਿਹੜਾ ਹੈਗਾ ਅਗਲਾ ਸੰਘਰਸ਼, ਅਗਲਾ ਅੰਦੋਲਨ ਵਿਉਂਤਣਾ ਪੈਣਾ ਹੈ, ਤਾਂ ਕਿ ਸਰਕਾਰ ਨੂੰ ਵੀ ਸਮਝ ਆ ਜਾਏ ਕਿ ਇਹ ਸਮੱਸਿਆਵਾਂ ਜਿਹੜੀਆਂ ਨੇ ਇਹ ਵੀ ਉਸੇ ਤਰ੍ਹਾਂ ਇੰਪੋਰਟੈਂਟ ਨੇ ਕਿਸਾਨਾਂ ਦੀਆਂ ਜਿਸ ਤਰ੍ਹਾਂ ਵਿਵਾਦਤ ਖੇਤੀ ਕਾਨੂੰਨ ਸਨ। ਇੱਕ ਹੋਰ ਮੁੱਦਾ ਮੇਰੇ ਧਿਆਨ ਚ ਆ ਰਿਹਾ ਔਰ ਇਹ ਵਿਚਾਰਨਯੋਗ ਹੈ। ਹੁਣ ਆਪਾਂ ਬੈਠੇ ਹਾਂ ਕਿ ਜਿਹੜੇ 700 ਦੇ ਕਰੀਬ ਕਿਸਾਨ
ਇਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਨੇ ਕਿ ਉਹਨਾਂ ਦੀ ਸ਼ਹਾਦਤ ਨੂੰ ਕਿਵੇਂ ਪ੍ਰਣਾਮ ਕੀਤਾ ਜਾਏਗਾ, ਜਿਨ੍ਹਾਂ ਦੇ ਬੱਚੇ ਜਿਨ੍ਹਾਂ ਦੇ ਬਜ਼ੁਰਗ ਉੱਥੇ ਸ਼ਹੀਦ ਹੋ ਗਏ ਉਹਨਾਂ ਦਾ ਕਿਵੇਂ ਮੁੱਲ ਮੋੜਿਆ ਜਾਏਗਾ? ਦੇਖੋ ਹਮੇਸ਼ਾ ਹੀ ਹੁੰਦਾ ਹੈ ਕਿ ਜਦੋਂ ਜੰਗਾਂ ਲੜੀਆਂ ਜਾਂਦੀਆਂ ਨੇ ਤੇ ਉਸ ਜੰਗਾਂ ਜਦੋਂ ਖਤਮ ਹੋ ਜਾਂਦੀਆਂ ਨੇ, ਭਾਵੇਂ ਉਹ ਸ਼ੀਤ ਯੁੱਧ ਹੋਣ, ਭਾਵੇਂ ਉਹ ਕੌਮਾਂਤਰੀ ਯੁੱਧ ਹੋਣ, ਸਰਹੱਦਾਂ ਦੇ ਉੱਤੇ ਲੜੇ ਜਾਣ ਵਾਲੇ ਯੁੱਧ ਹੋਣ, ਤੇ ਭਾਵੇਂ ਉਹ ਇਸ ਤਰ੍ਹਾਂ ਦੇ ਅੰਦੋਲਨ ਹੋਣ, ਜਦੋਂ ਉਹ ਸਮੇਟ ਲਏ ਜਾਂਦੇ ਨੇ ਤਾਂ ਉਦੋਂ ਉਹਦੇ ਚ ਤਿਲ ਫੁੱਲ ਕਿਸੇ ਵੀ ਤਰ੍ਹਾਂ ਦੇ ਪਾਉਣ ਵਾਲੇ ਲੋਕਾਂ ਨੂੰ ਯਾਦ ਕੀਤਾ ਜਾਂਦਾ ਹੈ। ਆਪਾਂ ਦੇਖਦੇ ਹਾਂ ਕਿ ਕਿੰਨੇ ਹੀ ਵਾਰ ਮੈਮੋਰੀਅਲ ਦੁਨੀਆ ਪੱਧਰ ਦੇ ਉੱਤੇ, ਪਹਿਲੀ ਵਿਸ਼ਵ ਜੰਗ ਦੇ, ਦੂਜੀ ਵਿਸ਼ਵ ਜੰਗ ਦੇ, ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਤਾਂ ਸਗੋਂ ਘੱਲੂਘਾਰਿਆਂ ਦੇ ਵੀ ਜਿਹੜਾ ਹੈਗਾ ਯਾਦਗਾਰਾਂ ਬਣੀਆਂ ਹੋਈਆਂ ਨੇ, ਸਾਹਿਬਜ਼ਾਦਿਆਂ ਦੀਆਂ ਯਾਦਗਾਰਾਂ ਬਣੀਆਂ ਹੋਈਆਂ ਨੇ, ਚਮਕੌਰ ਦੀ ਗੜੀ ਆਪਾਂ ਦੇਖ ਰਹੇ ਹਾਂ ਕਿ ਹੁਣ ਇਹ ਸਰਕਾਰ ਨੇ ਨਵਿਆਇਆ ਉਸ ਨੂੰ, ਤੇ ਇਹ ਸਾਰੀਆਂ ਚੀਜ਼ਾਂ ਇਸੇ ਕੜੀ ਦਾ ਹਿੱਸਾ ਨੇ ਕਿ ਯੋਗਦਾਨ ਪਾਉਣ ਵਾਲੇ ਉਹਨਾਂ ਲੋਕਾਂ ਨੂੰ ਸਜਦਾ ਕੀਤਾ ਜਾਏ, ਉਹਨਾਂ ਨੂੰ ਸਲਾਮ ਕੀਤਾ ਜਾਏ। ਤੇ ਇਹ ਹੁਣ ਕਿਸਾਨ ਅੰਦੋਲਨ ਨੂੰ ਅਗਵਾਈ ਦੇਣ ਵਾਲਿਆਂ ਦੇ ਨਾਲ ਨਾਲ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਜੇਕਰ ਪ੍ਰਧਾਨ ਮੰਤਰੀ ਸਾਹਿਬ ਸੱਚੀ ਮਹਿਸੂਸ ਕਰਦੇ ਨੇ ਕਿ ਇਹ ਕਦਮ ਗਲਤ ਚੁੱਕਿਆ ਗਿਆ ਸੀ, ਭਾਵੇਂ ਉਹ ਇਸ ਨੂੰ ਇਹ ਸੰਗਿਆ ਦਿੰਦੇ ਨੇ ਕਿ ਸਮਝਾਉਣ 'ਚ ਜਿਹੜਾ ਕਾਮਯਾਬ ਨਹੀਂ ਹੋਏ, ਜੋ ਮਰਜ਼ੀ ਕਹਿਣ, ਪਰ ਜਿਨ੍ਹਾਂ ਲੋਕਾਂ ਦੀ ਜਾਨ ਗਈ ਹੈ ਉਹਨਾਂ ਲੋਕਾਂ ਨੂੰ ਬਣਦਾ ਜਿਹੜਾ ਹੈਗਾ ਉਹਨਾਂ ਨੂੰ ਕੰਪਨਸੇਟ ਜ਼ਰੂਰ ਕਰਨਾ ਚਾਹੀਦਾ ਹੈ। ਯਾਦ ਤਾਂ ਉਹ ਲੋਕਾਂ ਨੂੰ ਵੈਸੇ ਹੀ ਰਹਿਣਗੇ, ਯਾਦ ਤਾਂ ਲੋਕਾਂ ਨੂੰ ਸ਼ਹੀਦ ਆਪਣੇ ਕਦੇ ਭੁੱਲਦੇ ਨਹੀਂ ਹੁੰਦੇ, ਪਰ ਕੰਪਨਸੇਟ ਕਰਨਾ ਬਹੁਤ ਜ਼ਰੂਰੀ ਹੈ। ਦੂਜੀ ਇੱਕ ਬਹੁਤ ਇੰਪੋਰਟੈਂਟ ਗੱਲ ਮੈਂ ਇਸ ਗੱਲ 'ਚ ਜੋੜਨ ਜਾ ਰਿਹਾ, ਇਹ ਨਾ ਹੋਵੇ ਕਿ ਜਾਨਾਂ ਕੋਈ ਹੋਰ ਵਾਰ ਗਏ, ਆਪਣਾ ਨੁਕਸਾਨ ਜਿਹੜਾ ਹੈਗਾ ਕੋਈ ਹੋਰ ਲੋਕ ਕਰ ਗਏ, ਅਣਗੌਲੇ ਰਹਿ ਗਏ, ਉਹਨਾਂ ਦੀ ਬਜਾਏ ਕੋਈ ਹੋਰ ਲੋਕ ਨਾ ਮੁਆਵਜ਼ੇ ਲੈ ਜੇ, ਹੋਰ ਲੋਕ ਨੌਕਰੀਆਂ ਨਾ ਲੈ ਜਾਣ, ਹੋਰ ਲੋਕ ਫਾਇਦਾ ਨਾ ਲੈ ਜੇ। ਇਸ ਗੱਲ ਦਾ ਵੀ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ। ਇਹ ਜਿਹੜੀ ਗੱਲ ਅਗਰ ਇਸ ਤਰ੍ਹਾਂ ਵਾਪਰਦਾ ਹੈ, ਕੁਝ ਥਾਵਾਂ ਤੋਂ ਇਸ ਤਰ੍ਹਾਂ ਦੀ ਗੱਲਾਂ ਆਈਆਂ ਨੇ ਕਿ ਕੁਝ ਲੋਕ ਜਿਹੜੇ ਨੇ ਕੋਈ ਸਧਾਰਨ ਮੌਤ ਮਰੇ ਨੇ, ਕੋਈ ਕਰੰਟ ਲੱਗ ਕੇ ਮਰਿਆ, ਕੋਈ ਕਿਸੇ ਤਰ੍ਹਾਂ ਮਰਿਆ ਆਪਣੇ ਘਰ ਦੇ ਵਿੱਚ ਜਾਂ ਕਿਸੇ ਹੋਰ ਥਾਂ ਦੇ ਉੱਤੇ, ਉਸ ਨੂੰ ਸ਼ਾਇਦ ਕਿਸਾਨ ਅੰਦੋਲਨ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸ ਨੂੰ ਵੀ ਦੇਖਣਾ ਬਹੁਤ ਜ਼ਰੂਰੀ ਹੋਏਗਾ, ਖਾਸ ਕਰ ਕਿਸਾਨਾਂ ਵਾਸਤੇ, ਸੰਘਰਸ਼ੀਲ ਕਿਸਾਨਾਂ ਵਾਸਤੇ, ਉਹਨਾਂ ਪਿੰਡਾਂ ਵਾਸਤੇ ਜਿਹੜੇ ਪਿੰਡ ਜਥੇ ਲੈ ਕੇ ਗਏ ਸੀ, ਉਹਨਾਂ ਨੂੰ ਪਤਾ ਹੈ ਕਿ ਕਿਹੜਾ ਬੰਦਾ ਕਿੱਥੇ ਰਿਹਾ, ਕਿੱਥੇ ਨਹੀਂ ਰਿਹਾ। ਸੋ ਇਹ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ ਕਿ ਸ਼ਹੀਦਾਂ ਦਾ ਹੀ ਹੱਕ ਨਾ ਮਾਰਿਆ ਜਾਏ ਕਿਤੇ। ਤਾਂ ਇੱਕ ਹੋਰ ਗੱਲ ਹੈ ਕਿ ਅੱਜ ਜਿਹੜਾ ਹੈਗਾ 29 ਨਵੰਬਰ ਦਾ ਪਾਰਲੀਮੈਂਟ ਮਾਰਚ ਕੈਂਸਲ ਕਰਨ ਤੋਂ ਬਾਅਦ ਕਿਸਾਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਮੁਲਤਵੀ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ, ਜਿਸ ਦੇ ਵਿੱਚ ਕੁਝ ਮੁੱਖ ਮੰਗਾਂ ਰੱਖੀਆਂ ਗਈਆਂ ਨੇ ਕਿਸਾਨਾਂ ਵੱਲੋਂ, ਕਿਸਾਨ ਜਥੇਬੰਦੀਆਂ ਵੱਲੋਂ, ਜਿਸ ਦੇ ਵਿੱਚੋਂ ਪਹਿਲੀ ਮੰਗ ਕਹਿੰਦੇ ਨੇ ਕਿ ਲਖੀਮਪੁਰ ਖੇੜੀ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਉਹਦੇ ਦੋਸ਼ੀਆਂ ਨੂੰ ਹੁਣ ਤੱਕ ਸਜ਼ਾ ਨਹੀਂ ਮਿਲ ਪਾਈ। ਕੀ ਕਹੋਗੇ? ਦੇਖੋ, ਸਜ਼ਾ ਤਾਂ ਅਦਾਲਤ ਨੇ ਦੇਣੀ ਹੈ, ਉਹ ਪ੍ਰੋਸੀਡਿੰਗਸ ਚੱਲ ਰਹੀਆਂ ਨੇ, ਪਰ ਜਿਹੜੇ ਕੇਂਦਰੀ ਰਾਜ ਮੰਤਰੀ ਨੇ, ਗ੍ਰਹਿ ਰਾਜ ਮੰਤਰੀ ਨੇ ਟੇਨੀ, ਉਹਨਾਂ ਦੀ ਨੂੰ ਜਿਹੜਾ 120B ਸਾਜ਼ਿਸ਼ਕਰਤਾ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ, ਇਹ ਬੜੀ ਇੱਕ ਲੋਕਤੰਤਰ ਦੇ ਨਾਂ ਦੇ ਉੱਤੇ ਕਹਿ ਲਓ ਜਾਂ ਜੁਡੀਸ਼ਰੀ ਦੇ ਨਾਂ ਦੇ ਉੱਤੇ ਇਹ ਕਰਾਰੀ ਚਪੇੜ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ। ਤੇ ਜੇਕਰ ਸਰਕਾਰ ਇੰਨੀ ਹੀ ਸੁਹਿਰਦ ਹੈ, ਕਿਉਂਕਿ ਕਿਸਾਨ ਅੰਦੋਲਨ ਆਪਣੀ ਥਾਂ ਤੇ ਹੈ, ਸ਼ਾਂਤਮਈ ਕਿਸਾਨ ਅੰਦੋਲਨ ਆਪਣੀ ਥਾਂ ਤੇ ਹੈ, ਤੇ ਪਿੱਛੋਂ ਆ ਕੇ ਕਿਸੇ ਨੂੰ ਕੁਚਲਣਾ ਜਿਹੜਾ ਹੈਗਾ ਉਹ ਆਪਣੇ ਆਪ 'ਚ ਇੱਕ ਅਪਰਾਧਕ ਘਟਨਾ ਹੈ। ਉਸ ਨੂੰ ਜੇਕਰ ਕਿਸਾਨ ਅੰਦੋਲਨ ਤੋਂ ਬਾਹਰ ਰੱਖ ਕੇ ਹੀ ਵੇਖਦੇ ਆ ਤਾਂ ਉਹ ਆਪਣੇ ਆਪ 'ਚ ਵੀ ਬਹੁਤ ਵੱਡੀ ਅਪਰਾਧ ਹੈ, ਉਹ ਆਪਣੇ ਆਪ 'ਚ ਵੀ ਬਹੁਤ ਵੱਡਾ ਕ੍ਰਾਈਮ ਹੈ, ਉਹ ਇੱਕ ਜੁਰਮ ਹੈ। ਤਾਂ ਜੁਰਮ ਦੇ ਵਿੱਚ ਭਾਗੀਦਾਰ ਬੰਦੇ ਨੂੰ ਤਾਂ ਨਹੀਂ ਬਖਸ਼ਣਾ ਚਾਹੀਦਾ, ਭਾਵੇਂ ਕੋਈ ਵੀ ਹੋਵੇ। ਇਹ ਵੀ ਮਿਸਾਲ ਮੇਰੇ ਖਿਆਲ 'ਚ ਕੇਂਦਰ ਸਰਕਾਰ ਨੂੰ ਜਾਂ ਨਰਿੰਦਰ ਮੋਦੀ ਸਾਹਿਬ ਨੂੰ ਜ਼ਰੂਰ ਪੇਸ਼ ਕਰਨੀ ਚਾਹੀਦੀ ਹੈ, ਖਾਸ ਕਰ ਜਦੋਂ ਉਹ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਬੜੀ ਹੀ ਫਸਵੀਂ ਗਹਿਗੱਚ ਚੁਣਾਵੀ ਲੜਾਈ ਦੇ ਵਿੱਚ ਕੁੱਦਣ ਜਾ ਰਹੇ ਨੇ। ਤੇ ਇੱਕ ਹੋਰ ਮੰਗ ਅੱਜ ਕਿਸਾਨਾਂ ਵੱਲੋਂ ਮੁੱਖ ਮੰਗ ਰੱਖੀ ਗਈ ਹੈ ਕਿ ਅੰਦੋਲਨ ਦੇ ਚੱਲਦੇ ਆ, ਸੰਘਰਸ਼ ਦੇ ਚੱਲਦੇ ਆ, ਜਿੰਨੇ ਕਿਸਾਨਾਂ ਤੇ ਪਰਚੇ ਦਰਜ ਹੋਏ ਨੇ, ਜਿੰਨੇ ਕਿਸਾਨਾਂ ਨੇ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਦਾ ਹੱਲ ਕਿਵੇਂ ਕੱਢੇਗਾ ਕੇਂਦਰ? ਦੇਖੋ, ਉਹ ਤਾਂ ਇੱਕ ਲੀਕ ਮਾਰਨੀ ਪੈਣੀ ਹੈ ਕਿ ਇਹ ਇੱਕ ਤਰ੍ਹਾਂ ਨਾਲ ਵਿਵਾਦਤ ਖੇਤੀ ਕਾਨੂੰਨ ਆਏ ਸੀ, ਜਿਸ ਨੂੰ ਕਿ ਭਾਵੇਂ ਕੇਂਦਰ ਸਰਕਾਰ ਨੇ ਵਾਪਸ ਲੈ ਲਿਆ ਗਿਆ, ਉਦੋਂ ਪਹਿਲਾਂ ਭਾਵੇਂ ਇਹ ਵੀ ਕਿਹਾ ਗਿਆ ਕਿ ਇਹਨਾਂ ਨੂੰ ਸਮਝਾਉਣ 'ਚ ਕਾਮਯਾਬ ਹੋਏ ਆ, ਭਾਵੇਂ ਇਹ ਕਿਹਾ ਗਿਆ ਕਿ ਇਹ ਗਲਤ ਸਨ, ਜਦੋਂ ਉਹ ਉਸ ਫੇਜ਼ ਵਾਸਤੇ ਹੀ ਕੋਈ ਘਟਨਾ ਵਾਪਰੀ ਹੈ, ਭਾਵੇਂ ਉਹ ਕਹਿ ਰਹੇ ਨੇ ਕਿ ਇਹ ਕਿਸਾਨਾਂ ਨੇ ਅਪਰਾਧ ਕੀਤਾ ਹੈ, ਇਹਨਾਂ ਨੇ ਧਾਰਾ 144 ਤੋੜੀ ਹੈ, ਇਹਨਾਂ ਨੇ ਪੁਲਿਸ ਨਾਲ ਹੱਥੋਂ-ਪਾਈ ਕੀਤੀ ਹੈ, ਇਹਨਾਂ ਨੇ ਸੜਕਾਂ ਦੇ ਉੱਤੇ ਬਲੌਕੇਜ ਕੀਤੀ ਹੈ, ਉਸ ਅਪਰਾਧ ਨੂੰ ਉਸੇ ਸ਼੍ਰੇਣੀ 'ਚ ਰੱਖਿਆ ਜਾਏਗਾ ਕਿ ਇਹ ਇਸ ਕਾਰਨ ਸੀ, ਜਿਹੜੇ ਕਾਨੂੰਨਾਂ ਦੇ ਕਾਰਨ ਉਹ ਅਪਰਾਧ ਤੁਸੀਂ ਕਹਿ ਰਹੇ ਹੋ ਕਿ ਵਾਪਰਿਆ ਹੈ, ਉਹ ਘਟਨਾ ਵਾਪਰੀ ਹੈ, ਜਿਸ ਕਰਕੇ ਪਰਚਾ ਦਿੱਤਾ ਹੈ ਤੁਸੀਂ, ਜਿਸ ਕਰਕੇ ਤੁਸੀਂ ਧਾਰਾ 144 ਦੀ ਜਿਹੜੀ ਹੈਗੀ ਹੈ ਉਲੰਘਣਾ ਦਾ ਪਰਚਾ ਦਿੱਤਾ ਹੈ, ਤਾਂ ਜਦੋਂ ਉਹ ਕਾਨੂੰਨ ਹੀ ਤੁਸੀਂ ਵਾਪਸ ਲੈ ਲਏ ਤਾਂ ਉਹ ਵੀ ਖਤਮ ਨੇ, ਉਹ ਆਟੋਮੈਟਿਕਲੀ ਮੇਰੇ ਖਿਆਲ 'ਚ ਨਲ ਐਂਡ ਵਾਇਡ ਹੋ ਜਾਣੇ ਚਾਹੀਦੇ ਨੇ। ਤਾਂ ਉਸ ਵਾਸਤੇ ਬਕਾਇਦਾ ਤੌਰ ਤੇ ਕੇਂਦਰ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਸੈਸ਼ਨ ਵੀ ਹੈ, ਹਰਿਆਣਾ 'ਚ ਉਹਨਾਂ ਦੀ ਆਪਣੀ ਸਰਕਾਰ ਹੈ, ਜਿੱਥੇ ਸਭ ਤੋਂ ਵੱਧ ਪਰਚੇ 48,000 ਦਾ ਜਿਹੜਾ ਇੱਕ ਫਿਗਰ ਸਾਹਮਣੇ ਆ ਰਹੀ ਹੈ, ਹਾਲਾਂਕਿ ਅਧਿਕਾਰਤ ਫਿਗਰ ਨਹੀਂ ਹੈ ਇਹ, ਪਰ ਕਿਸਾਨ ਆਗੂ ਇਸ ਗੱਲ ਨੂੰ ਕਹਿ ਰਹੇ ਨੇ 48,000 ਬਹੁਤ ਵੱਡੀ ਗਿਣਤੀ ਹੁੰਦੀ ਹੈ। ਤਾਂ ਇਹਨਾਂ ਨੂੰ ਉਸੇ ਸ਼੍ਰੇਣੀ 'ਚ ਰੱਖ ਕੇ
ਜਿਹੜੀਆਂ ਸੰਬੰਧਿਤ ਅਦਾਲਤਾਂ 'ਚ ਚੱਲਦੇ ਨੇ ਉੱਥੇ ਜਾ ਕੇ ਜਿਹੜਾ ਹੈਗਾ ਸਰਕਾਰ ਪਾਰਟੀ ਹੁੰਦੀ ਹੈ ਇਸ ਕੇਸ ਦੇ ਵਿੱਚ। ਬਹੁਤ ਥਾਵਾਂ ਤੇ ਸਰਕਾਰ ਸ਼ਿਕਾਇਤਕਰਤਾ ਹੁੰਦੀ ਹੈ, ਬਹੁਤ ਥਾਵਾਂ ਤੇ ਸਥਾਨਕ ਪ੍ਰਸ਼ਾਸਨ ਸ਼ਿਕਾਇਤਕਰਤਾ ਹੁੰਦਾ ਹੈ ਤੇ ਬਹੁਤ ਥਾਵਾਂ ਦੇ ਉੱਤੇ 144 ਦੀ ਉਲੰਘਣਾ ਨੂੰ ਲੈ ਕੇ ਜਿਹੜਾ ਹੈਗਾ ਆਪਣੇ ਆਪ ਜਿਹੜਾ ਕਾਰਵਾਈ ਦੇ ਭਾਗੀਦਾਰ ਜਿਹੜਾ ਬਣ ਜਾਂਦੇ ਨੇ ਉਹ। ਸੋ ਉਸ ਚੀਜ਼ ਨੂੰ ਜਾ ਕੇ ਉਸ ਅਦਾਲਤ 'ਚ ਜਦੋਂ ਇਦਾਂ ਰੱਖਿਆ ਜਾਏਗਾ ਤਾਂ ਉਹ ਆਪਣੇ ਆਪ 'ਚ ਜਿਹੜਾ ਹੈਗਾ ਇੱਕੋ ਦਿਨ 'ਚ ਜਿਹੜਾ ਹੈਗਾ ਸਾਰੇ ਦੇ ਸਾਰੇ ਪਰਚੇ ਨੇ ਉਹ ਰੱਦ ਹੋ ਜਾਣੇ ਨੇ, ਜਿਵੇਂ ਕਿ ਪੰਜਾਬ ਸਰਕਾਰ ਕਰਨ ਜਾ ਰਹੀ ਹੈ, ਜਿਵੇਂ ਭਰੋਸਾ ਦਿੱਤਾ ਮੁੱਖ ਮੰਤਰੀ ਨੇ ਜੀ। ਤੇ ਇੱਕ ਹੋਰ ਗੱਲ ਹੈ, ਜਿਵੇਂ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ, ਜੇ 29 ਤਰੀਕ ਨੂੰ ਜਿਹੜਾ ਪਹਿਲਾ ਪਾਰਲੀਮੈਂਟ ਸੈਸ਼ਨ ਦਾ ਪਹਿਲਾ ਦਿਨ ਹੈ, ਜੇਕਰ ਉਸ ਦਿਨ ਖੇਤੀ ਕਾਨੂੰਨ ਰੱਦ ਹੋ ਜਾਂਦੇ ਨੇ, ਤੁਹਾਨੂੰ ਲੱਗਦਾ ਹੈ ਕਿਸਾਨ ਬਾਰਡਰ ਛੱਡ ਕੇ ਵਾਪਸ ਪਿੰਡਾਂ ਨੂੰ ਆਉਣਾ ਸ਼ੁਰੂ ਹੋ ਜਾਣਗੇ? ਦੇਖੋ ਇਸ ਵਕਤ ਸਰਦੀ ਦਾ ਜ਼ੋਰ ਪੈਣ ਜਾ ਰਿਹਾ ਹੈ ਜੀ। ਪਿਛਲੇ ਸਾਲ ਜਿੰਨੀਆਂ ਵੀ ਜ਼ਿਆਦਾਤਰ ਮੌਤਾਂ ਹੋਈਆਂ ਸੀਗੀਆਂ ਉਹ ਇਸੇ ਸੀਜ਼ਨ 'ਚ ਜ਼ਿਆਦਾ ਹੋਈਆਂ ਸੀਗੀਆਂ ਸਰਦੀ ਕਾਰਨ। ਤੇ ਦੂਜੀ ਗੱਲ ਕੰਮ ਦਾ ਵੀ ਜ਼ੋਰ ਹੈ, ਕਿਉਂਕਿ ਕਣਕਾਂ ਜਿਹੜੀਆਂ ਹੈਗੀਆਂ ਨੇ ਮਹੀਨੇ ਕੁ ਨੂੰ ਨਿਸਰਨੀਆਂ ਸ਼ੁਰੂ ਹੋ ਜਾਣੀਆਂ ਤੇ ਪੰਜਾਬ ਦੇ ਵਿੱਚ ਚੋਣਾਂ ਨੇ ਜੀ। ਬਿਲਕੁਲ ਉਸ ਨੁਕਤੇ ਨਿਗਾਹ ਤੋਂ ਪੰਜਾਬੀਆਂ ਦਾ ਇੱਥੇ ਹੁਣ ਸਰਗਰਮ ਹੋਣਾ ਬਹੁਤ ਜ਼ਰੂਰੀ ਹੈ ਜੀ। ਫੈਸਲਾ ਬਹੁਤ ਵੱਡਾ ਹੈ ਵਾਪਸੀ ਕਰਨ ਦਾ ਜੀ। ਕੋਈ ਸਾਡੇ ਕਹਿਣ ਤੇ ਜਾਂ ਸਾਡੇ ਉਸ ਨਾਲ ਹਾਂ ਠੀਕ ਹੈ ਸਾਡਾ ਤਿਲਫੁਲ ਰਿਹਾ ਹੈ ਕਿ ਅਸੀਂ ਕਵਰੇਜ ਕਰਦੇ ਰਹੇ ਹਾਂ ਬਤੌਰ ਮੀਡੀਆ ਹਾਊਸ, ਬਟ ਉਹਨਾਂ ਨੇ ਆਪਣੇ ਆਪ ਜਿਹੜਾ ਹੈਗਾ ਇੰਨਾ ਵੱਡਾ ਅੰਦੋਲਨ ਸਿਰਜਿਆ ਉਹਨੂੰ ਵਾਪਸ ਲੈਣਾ ਉਹ ਉਹਨਾਂ ਦੀ ਮਰਜ਼ੀ ਹੈ। ਪਰ ਜਿਹੜਾ ਤੁਸੀਂ ਸਵਾਲ ਕਿਹਾ ਕਿ ਕੀ ਹੁਣ ਵਾਪਸ ਆ ਜਾਣਾ ਚਾਹੀਦਾ ਹੈ, ਜੇਕਰ ਲੋਕ ਮਹਿਸੂਸ ਕਰਦੇ ਨੇ, ਲੋਕ ਇਹ ਸੋਚਦੇ ਨੇ ਕਿ ਸਾਡੀ ਏਕਤਾ ਰਹੇਗੀ, ਅਸੀਂ ਆਪਸ 'ਚ ਨਹੀਂ ਟੁੱਟਾਂਗੇ, ਜੇਕਰ ਕੱਲ ਨੂੰ ਦੁਬਾਰਾ ਇਸ ਤਰ੍ਹਾਂ ਦੀ ਕੋਈ ਸਥਿਤੀ ਆਉਂਦੀ ਹੈ ਤਾਂ ਦੁਬਾਰਾ ਅਸੀਂ ਇਕਜੁੱਟ ਹੋਣ ਦਾ ਮਾਦਾ ਰੱਖਦੇ ਹਾਂ ਤੇ ਕਿਸਾਨ ਆਗੂ ਜਿਹੜੇ 32 ਜਥੇਬੰਦੀਆਂ ਵਾਲੇ ਨੇ ਉਹ ਪਾਟੋ ਧਾੜ ਨਹੀਂ ਹੁੰਦੇ, ਉਹ ਕਿਸੇ ਸਿਆਸਤ ਦਾ ਸ਼ਿਕਾਰ ਨਹੀਂ ਹੁੰਦੇ, ਤਾਂ ਫਿਰ ਕੋਈ ਡਰ ਨਹੀਂ ਵਾਪਸ ਆਉਣ 'ਚ, ਕਿਉਂਕਿ ਜਦੋਂ ਮੁੜ ਕੇ ਇਕੱਠੇ ਹੋਣ ਦੀ ਸਮਰੱਥਾ ਹੈਗੀ ਹੈ ਤਾਂ ਫਿਰ ਵਾਪਸ ਆਉਣ 'ਚ ਕੋਈ ਡਰ ਨਹੀਂ ਕਿਸੇ। ਤੁਸੀਂ ਸਿਆਸਤ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਵੀ ਵਿਧਾਨ ਸਭਾ ਚੋਣਾਂ ਸਿਰ ਤੇ ਨੇ, ਚੰਦ ਮਹੀਨੇ ਰਹਿ ਗਏ ਨੇ, ਤੁਹਾਨੂੰ ਲੱਗਦਾ ਹੈ ਕਿ ਜਿਹੜੇ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਉਹ ਕੋਈ ਅਹਿਮ ਭੂਮਿਕਾ ਇਸ ਵਿਧਾਨ ਸਭਾ ਚੋਣਾਂ 2022 ਚ ਨਿਭਾਉਣਗੀਆਂ ਪੰਜਾਬ 'ਚ? ਦੇਖੋ 3 ਵਾਰ ਕੋਸ਼ਿਸ਼ਾਂ ਹੋਈਆਂ ਨੇ ਕਿਸਾਨ ਅੰਦੋਲਨ ਦੇ ਵਿੱਚ ਸਿਆਸਤਦਾਨਾਂ ਵੱਲੋਂ ਦਖਲ ਦੇਣ ਦੀਆਂ ਜੀ। ਇੱਕ ਤਾਂ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬਹੁਤ ਵੱਡਾ ਦਾਅਵਾ ਕੀਤਾ, ਖੈਰ ਉਹਨਾਂ ਨੇ ਕੀਤਾ ਵੀ ਹੈ ਕਿ ਕਿਸਾਨਾਂ ਨੂੰ ਕੁਝ ਨਹੀਂ ਕਹਿਣਾ, ਇਹਨਾਂ ਨੂੰ ਜਾਣ ਦਿਓ, ਜੇਕਰ ਦਿੱਲੀ ਵੱਲ ਜਾਂਦੇ ਨੇ ਸੰਭੂ ਬਾਰਡਰ ਟੱਪਣ ਦਿਓ, ਇਹਨਾਂ ਨੂੰ ਹਰਿਆਣਾ 'ਚ ਦਾਖਲ ਹੋਣ ਦਿਓ। ਤਾਂ ਇੱਕ ਤਰ੍ਹਾਂ ਨਾਲ ਸਿੱਧੇ ਤੌਰ ਤੇ ਇਹੀ ਸੀ ਕਿ ਉਹ ਸਰਕਾਰ ਚਾਹੁੰਦੀ ਸੀ ਕਿ ਅਸੀਂ ਤੁਹਾਡੀ ਪਿੱਠ ਤੇ ਖੜੇ ਆ ਤੇ ਕੱਲ ਨੂੰ ਅਗਰ ਚੋਣਾਂ ਆਉਂਦੀਆਂ ਨੇ ਤਾਂ ਅਸੀਂ ਉਮੀਦ ਕਰਾਂਗੇ ਕਿ ਤੁਸੀਂ ਸਾਡੇ ਇਸ ਜਿਹੜੀ ਸਾਡੀ ਦੇਣ ਹੈ ਅੰਦੋਲਨ ਨੂੰ ਸਰਕਾਰ ਮੁਤਾਬਕ, ਅਮਰਿੰਦਰ ਸਿੰਘ ਮੁਤਾਬਕ, ਕਿ ਉਹਦਾ ਤੁਸੀਂ ਜ਼ਰੂਰ ਸਾਨੂੰ ਜਿਹੜਾ ਹੈਗਾ ਮੁੱਲ ਵਟਾਓਗੇ। ਦੂਜਾ, ਅਕਾਲੀ ਦਲ ਨੇ ਵੀ ਸ਼ੁਰੂ 'ਚ ਕੋਸ਼ਿਸ਼ ਕੀਤੀ ਸੀ ਜਦੋਂ ਕਿਸਾਨਾਂ ਨੇ ਆਪਣਾ ਰਾਹ ਵੱਖ ਕਰ ਲਿਆ ਸੀ, ਫਿਰ ਅਕਾਲੀ ਦਲ ਆਪਣੇ ਤੌਰ ਦੇ ਉੱਤੇ ਜਿਹੜਾ ਹੈਗਾ ਆਪਣੇ ਧੜੇ ਲੈ ਕੇ ਗਿਆ ਸੀ ਜਦੋਂ ਨਵਾਂ ਵੀ ਹਰਸਿਮਰਤ ਕੌਰ ਬਾਦਲ ਜਿਹੜੇ ਕੈਬਨਿਟ ਤੋਂ ਬਾਹਰ ਆਏ ਸੀ, ਅਸਤੀਫਾ ਦੇ ਕੇ ਤੇ ਗੱਠਜੋੜ ਟੁੱਟਿਆ ਸੀ। ਤੇ ਤੀਜਾ, ਆਮ ਆਦਮੀ ਪਾਰਟੀ ਦੇ ਮੁਖੀ ਜਿਹੜੇ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਹਾਲਾਂਕਿ ਉਹਨਾਂ ਨੇ ਕਾਨੂੰਨ ਲਾਗੂ ਕਰ ਦਿੱਤਾ ਸੀ ਆਪਣੇ ਵਿਧਾਨ ਸਭਾ ਦੇ ਵਿੱਚ, ਆਪਣੇ ਸੂਬੇ ਦੇ ਵਿੱਚ, ਪਰ ਉਹ ਵਾਰ-ਵਾਰ ਕਿਸਾਨ ਅੰਦੋਲਨ 'ਚ ਜਾਂਦੇ ਰਹੇ ਨੇ। ਈਵਨ ਕਿ ਇੱਥੋਂ ਤੱਕ ਕਿ ਉਹਨਾਂ ਦੀਆਂ ਬੈਠਕਾਂ ਵੀ ਹੋਈਆਂ ਨੇ ਕਿਸਾਨ ਆਗੂਆਂ ਨਾਲ, ਖਾਸ ਕਰ ਸਰਦਾਰ ਬਲਬੀਰ ਸਿੰਘ ਰਾਜੇਵਾਲ ਨਾਲ ਬੈਠਕਾਂ ਹੋਈਆਂ ਨੇ। ਹੁਣ ਵੀ ਤਾਜ਼ਾ ਜਿਹੜਾ ਇੱਕ ਇਹ ਪਹਿਲੂ ਵੀ ਇੱਕ ਸਾਹਮਣੇ ਆ ਰਿਹਾ ਹੈ ਕਿ ਜਿਹੜਾ ਰਾਜੇਵਾਲ ਸਾਹਿਬ ਕਹਿੰਦੇ ਨੇ ਕਿ ਅਸੀਂ ਸਭ ਤੋਂ ਪਹਿਲਾਂ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਐਲਾਨਾਂਗੇ, ਤੁਸੀਂ ਵੇਟ ਕਰੋ। ਹਾਲੇ ਕਾਂਗਰਸ ਨੇ ਵੀ ਨਹੀਂ ਐਲਾਨਿਆ, ਅਕਾਲੀ ਦਲ ਨੇ ਵੀ ਅਧਿਕਾਰਤ ਤੌਰ ਤੇ ਨਹੀਂ ਐਲਾਨਿਆ ਕਿ ਵੱਡੇ ਬਾਦਲ ਹੋਣਗੇ ਕਿ ਛੋਟੇ ਬਾਦਲ ਹੋਣਗੇ। ਸੋ ਉਹਨਾਂ ਨੇ ਕਿਹਾ, ਪਰ ਕਿਹਾ ਕਿ ਸਿੱਖ ਹੋਏਗਾ, ਪੰਜਾਬੀ ਹੋਏਗਾ ਤੇ ਚੋਣਾਂ ਤੋਂ ਪਹਿਲਾਂ ਐਲਾਨਾਂਗੇ। ਉਹ ਵੀ ਕਿਹਾ ਜਾਂਦਾ ਕਿ ਉਹ ਸ਼ਾਇਦ ਕਿਸੇ ਕਿਸਾਨ ਅੰਦੋਲਨ ਨੂੰ ਚੋਗਾ ਪਾਉਣ ਨੂੰ ਫਿਰਦੇ ਨੇ। ਤੁਹਾਡਾ ਸਵਾਲ ਸੀ ਕਿ ਕੀ ਇਹਨਾਂ ਨੂੰ ਹੁਣ ਪੰਜਾਬ 'ਚ ਸਿਆਸੀ ਤੌਰ ਦੇ ਉੱਤੇ ਭੂਮਿਕਾ ਨਿਭਾਉਣੀ ਚਾਹੀਦੀ ਹੈ? ਜੋ ਅਸੀਂ ਨਿੱਜੀ ਤੌਰ ਤੇ ਸੋਚਦੇ ਹਾਂ, ਤਾਂ ਜਿਸ ਦ੍ਰਿੜਤਾ ਨਾਲ, ਜਿਸ ਕਾਮਯਾਬੀ ਨਾਲ ਇਹ ਮੋਰਚਾ ਫਤਿਹ ਕੀਤਾ ਗਿਆ ਹੈ, ਮੈਨੂੰ ਨਹੀਂ ਲੱਗਦਾ ਕਿ ਕਿਸਾਨਾਂ ਨੂੰ ਹੁਣ ਕਿਸੇ ਸਿਆਸੀ ਪਲੇਟਫਾਰਮ ਦੀ ਲੋੜ ਹੈ। ਸਿਆਸਤ ਗੰਦਲੀ ਜ਼ਰੂਰ ਹੈ, ਇਸ ਪਲੇਟਫਾਰਮ ਨੂੰ ਇਹ ਮੰਨਿਆ ਜਾਂਦਾ ਹੈ ਕਿ ਬੰਦਾ ਇੱਥੇ ਜਾ ਕੇ ਜਿਹੜਾ ਹੈਗਾ ਦਾਗੀ ਹੋ ਜਾਂਦਾ ਹੈ, ਪਰ ਜਦੋਂ ਚੰਗੀ ਸੋਚ ਵਾਲੇ ਬੰਦੇ, ਚੰਗੀ ਤਰ੍ਹਾਂ ਨਾਲ ਜਿਹੜਾ ਹੈਗਾ ਸੰਘਰਸ਼ ਕਰਨ ਵਾਲੇ ਬੰਦੇ ਤੇ ਨੇਕ ਨੀਤੀ ਨਾਲ ਜਿਹੜਾ ਹੈਗਾ ਅੰਦੋਲਨ ਜਿੱਤਣ ਵਾਲੇ ਬੰਦੇ ਅੱਗੇ ਆ ਜਾਂਦੇ ਨੇ, ਤਾਂ ਮੇਰੇ ਖਿਆਲ 'ਚ ਉਹ ਪਲੇਟਫਾਰਮ ਵੀ ਜਿਹੜਾ ਹੈਗਾ ਧੋਤਾ ਜਾਊਗਾ। ਤਾਂ ਜੇਕਰ ਇਹ ਕਿਸੇ ਵੀ ਪਾਰਟੀ ਦੇ ਹੱਥੇ ਨਾ ਚੜਨ, ਆਪਣੇ ਪੱਧਰ ਦੇ ਉੱਤੇ ਇਹ ਇਸ ਪਾਸੇ ਤੁਰਨ ਤੇ ਇਕੱਠੇ ਹੋ ਕੇ ਏਕਤਾ ਰੱਖ ਕੇ, ਇਹ ਜ਼ਰੂਰੀ ਹੈ, ਤਾਂ ਮੇਰੇ ਖਿਆਲ 'ਚ ਜ਼ਿਆਦਾ ਇਹਨਾਂ ਦੀ ਜਿਹੜੀ ਹੈਗੀ ਹੈ ਵਾਹਵਾ ਹੋਊਗੀ, ਸਿਫਤ ਹੋਊਗੀ ਤੇ ਇਹ ਕਾਮਯਾਬ ਹੋ ਸਕਦੇ ਨੇ। ਜੇਕਰ ਕਿਸੇ ਪਾਰਟੀ ਦੇ ਹੱਥੇ ਚੜ ਗਏ ਤਾਂ ਸਿਆਸਤਦਾਨਾਂ ਨੇ ਯੂਜ਼ ਐਂਡ ਥਰੋ ਕਰਨਾ ਹੀ ਹੁੰਦਾ ਹੈ, ਇਹ ਲਿਖ ਕੇ ਲੈ ਲਓ, ਭਾਵੇਂ ਸਿਆਸਤਦਾਨ ਕਿਸੇ ਵੀ ਪਾਰਟੀ ਦਾ ਹੈ। ਤਾਂ ਤੂੰ ਸੁਣਿਆ ਕਿਸਾਨੀ ਸੰਘਰਸ਼ ਦੇ ਬਾਰੇ ਚਰਚਾ ਕੀਤੀ, 1 ਸਾਲ ਪੂਰਾ ਹੋ ਗਿਆ। ਇਹ ਕਹਿ ਸਕਦੇ ਹਾਂ ਕਿ ਕਿਸਾਨਾਂ ਦੀ ਜਿੱਤ ਜਿਹੜੀ ਹੈ ਹੋ ਚੁੱਕੀ ਹੈ, ਸਿਰਫ ਐਲਾਨ ਹੋਣਾ ਬਾਕੀ ਹੈ। ਪੰਜਾਬ ਨਾਲ ਜੁੜੀ ਹਰ ਖਬਰ ਵੇਖਣ ਲਈ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।